ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 10 ਮਈ 2013 28 ਵਿਸਾਖ ਸੰਮਤ ਨਾਨਕ ਸ਼ਾਹੀ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇजेस ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇजेस ਤੋਂ ਸ਼ੁਰੂ ਕਰਦੇ ਹਾਂ। ਹਾਂ ਡਾਕਟਰ ਸਾਹਿਬ ਸਾਡਾ ਪਹਿਲਾ ਮੈਸੇਜ ਸਕਾਰਬਰੋ ਓਨਟੇਰੀਓ ਕੈਨੇਡਾ ਤੋਂ ਸਰਦਾਰ ਬਲਪ੍ਰੀਤ ਸਿੰਘ ਬਾਸੀ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ ਅਤੇ ਇਹ ਟੀਵੀ 84 ਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹਨ। ਇਹਨਾਂ ਦਾ ਸਵਾਲ ਹੈ, ਚੀਨ ਅਤੇ ਭਾਰਤ ਵਿੱਚ ਜੋ ਸੀਮਾ ਵਿਵਾਦ ਸ਼ੁਰੂ ਹੋਇਆ ਹੈ ਇਹ ਸਥਿਤੀ ਕਿੱਧਰ ਨੂੰ ਜਾਏਗੀ? ਕੀ ਇਸ ਟਕਰਾਅ ਚੋਂ ਸਿੱਖ ਕੌਮ ਕੁਝ ਕੱਢ ਸਕਦੀ ਹੈ? ਚੀਨ ਦੀ ਇਤਿਹਾਸਕਤਾ ਅਤੇ ਸੱਭਿਆਚਾਰਕ ਪਹੁੰਚ ਸੰਬੰਧੀ ਜ਼ਰੂਰ ਰੋਸ਼ਨੀ ਪਾਉਣਾ। ਧੰਨਵਾਦ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਬਲਪ੍ਰੀਤ ਸਿੰਘ ਬਾਸੀ ਜੀ ਦਾ ਧੰਨਵਾਦ ਜੀ। ਉਹਨਾਂ ਨੇ ਸਾਨੂੰ ਸਕਾਰਬਰੋ ਟੋਰਾਂਟੋ ਤੋਂ ਲਿਖੇ ਜੀ। ਸਵਾਲ ਉਹਨਾਂ ਦਾ ਬੜਾ ਬਰੀਫ ਹੈ ਪਰ ਇਹਦੇ 'ਚ ਬੜੀ ਡੂੰਘਾਈ ਹੈ ਕਿਉਂਕਿ ਇਹੀ ਇਸ਼ੂ ਅਸੀਂ ਆਲਰੇਡੀ ਇੱਕ ਵਾਰੀ ਡਿਸਕਸ ਵੀ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ ਜੀ ਕਿ ਜਿਹੜੀ ਇਹ ਸਥਿਤੀ ਹੈ ਇਹ ਕੌਮੀ ਫਾਇਦੇ 'ਚ ਕਿਵੇਂ ਜਿਹੜੀ ਹੈ ਆ ਸਕਦੀ ਹੈ ਜਾਂ ਲਿਆਈ ਜਾ ਸਕਦੀ ਹੈ ਜੀ। ਤੇ ਦੂਸਰਾ ਪਾਰਟ ਉਹਨਾਂ ਨੇ ਇਸ ਕੰਟੈਕਸਟ ਦੇ ਵਿੱਚ ਚੀਨ ਦੀ ਇਤਿਹਾਸਕਤਾ ਔਰ ਸੱਭਿਆਚਾਰਕਤਾ ਹਿਸਟੋਰੀਸਿਟੀ ਐਂਡ ਕਲਚਰਲ ਜਿਹੜਾ ਉਹਨਾਂ ਦੇ ਟ੍ਰੇਟਸ ਨੇ ਜਾਂ ਉਹਨਾਂ ਦਾ ਆਧਾਰ ਹੈ ਉਹਨਾਂ ਦੀਆਂ ਜੜ੍ਹਾਂ ਨੇ ਉਸ ਬਾਰੇ ਵੀ ਕਿਹਾ ਵੀ ਮੈਂ ਕੁਝ ਕਹਾਂ ਜੀ। ਦੇਖੋ, ਚੀਨ ਦੀ ਹਿਸਟਰੀ ਉਨੀ ਕੁ ਪੁਰਾਣੀ ਹੈ ਜਿੰਨੀ ਕਿ ਮਨੁੱਖੀ ਸੱਭਿਅਤਾ ਦੀ ਹਿਸਟਰੀ ਹੈ ਜੀ। ਜਦੋਂ ਅਸੀਂ ਦੁਨੀਆ ਦੀਆਂ ਅਲੱਗ-ਅਲੱਗ ਸੱਭਿਅਤਾਵਾਂ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਬਹੁਤ ਪੁਰਾਣੀਆਂ ਸੱਭਿਅਤਾਵਾਂ ਚੋਂ ਹੈ ਜੀ, ਜਿਨ੍ਹਾਂ ਦੇ ਵਿੱਚ ਮੈਸੋਪੋਟਾਮੀਆ ਦੀ ਵੀ ਹੈ, ਇੰਡਸ ਵੈਲੀ ਸਿਵਲਾਈਜੇਸ਼ਨ ਵੀ ਹੈ ਜੀ, ਜਿਹੜੀ ਸਾਡੇ ਪੰਜਾਬ 'ਚ ਜਿਹਦੇ ਅੱਜ ਵੀ ਲੈਫਟ ਓਵਰ ਰਾਵਲਪਿੰਡੀ ਦੇ ਨੇੜੇ ਤਖਸ਼ਲਾ ਜੀ ਔਰ ਇਧਰ ਮੋਹਨਜੋਦਾੜੋ ਹੜੱਪਾ ਇਹ ਸਾਰੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਸੀ ਜੀ। ਸੋ ਚਾਈਨਾ ਵੀ ਉਸ ਤੋਂ ਵੀ ਕਈ ਹਾਲਤਾਂ 'ਚ ਤਾਂ ਕੁਝ ਜਿਹੜੇ ਹਿਸਟੋਰੀਅਨ ਨੇ ਜਾਂ ਇਸ ਫੀਲਡ ਨਾਲ ਸੰਬੰਧ ਰੱਖਣ ਵਾਲੇ ਨੇ ਉਸ ਨੂੰ ਇਸ ਤੋਂ ਵੀ ਪੁਰਾਣਾ ਗਰਦਾਨਦੇ ਨੇ ਜੀ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੀਆਂ ਮੁੱਢਲੀਆਂ ਕਾਢਾਂ ਜਿਹੜੀਆਂ ਨੇ ਉਹ ਵੀ ਚੀਨ ਦੇ ਵਿੱਚ ਨਿਕਲੀਆਂ। ਉਹ ਭਾਵੇਂ ਪੇਪਰ ਹੋਏ, ਪ੍ਰਿੰਟਿੰਗ ਪ੍ਰੈਸ ਹੋਏ, ਮੇਰਿਨ ਕੰਪੈਸ ਹੋਏ ਜਿਹਦੇ ਨਾਲ ਕਿ ਸ਼ਿਪ ਡਾਇਰੈਕਸ਼ਨ ਦੇਖਦੇ ਨੇ ਕਿ ਸਮੁੰਦਰ 'ਚ ਕਿਹੜੇ ਪਾਸੇ ਜਾਣਾ ਹੈ ਜੀ। ਈਵਨ ਗਨ ਪਾਊਡਰ ਹੋਏ, ਇਹ ਸਾਰੀਆਂ ਹੀ ਬਹੁਤ ਸਾਰੀਆਂ ਚੀਜ਼ਾਂ ਉਸ ਸੱਭਿਅਤਾ ਦੇ ਲੋਕ ਹੀ ਦੇ ਸਕਦੇ ਨੇ ਜਿਨ੍ਹਾਂ ਦੇ ਵਿੱਚ ਮੂਲ ਥਿੰਕਿੰਗ ਹੈ, ਓਰੀਜਨਲ ਥਾਟ ਨੇ ਜੀ, ਔਰ ਜਿਨ੍ਹਾਂ ਦੇ ਵਿੱਚ ਇੱਕ ਲਗਨ ਹੈ, ਇੱਕ ਧੁਨ ਹੈ ਜੀ। ਔਰ ਇਹਦੇ 'ਚ ਇੱਕ ਗੱਲ ਜਿਹੜੀ ਹੈ ਹੋਰ ਵੀ ਅਹਿਮੀਅਤ ਵਾਲੀ ਹੈ ਕਿ ਜਿਵੇਂ ਜਦੋਂ ਅਸੀਂ ਸਕ੍ਰਿਪਟ ਦੀ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਪੰਜਾਬੀ ਅਸੀਂ ਗੁਰਮੁਖੀ 'ਚ ਲਿਖਦੇ ਹਾਂ ਉਹਦੇ 35 ਅੱਖਰ ਨੇ, ਇਸੇ ਤਰ੍ਹਾਂ ਉਰਦੂ ਜ਼ਬਾਨ ਜਾਂ ਫਾਰਸੀ ਉਹਨਾਂ ਦੀ ਸਕ੍ਰਿਪਟ ਜਿਹੜੀ ਹੈ ਜੀ ਉਹ ਅਰਬੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਇੰਡੀਅਨ ਲੈਂਗੁਏਜਸ ਨੇ ਜਿਨ੍ਹਾਂ ਦੇ ਵਿੱਚ ਹਿੰਦੀ ਵੀ ਸ਼ਾਮਲ ਹੈ ਜੀ, ਉਹਨਾਂ ਦੀ ਸਕ੍ਰਿਪਟ ਦੇਵਨਾਗਰੀ ਹੈ। ਦੇਵਨਾਗਰੀ ਦਾ ਆਧਾਰ ਸੰਸਕ੍ਰਿਤ ਹੈ ਜੀ। ਚਾਈਨੀਜ਼ ਲੈਂਗੁਏਜ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਉਹਨਾਂ ਦੀ ਕੋਈ ਸਕ੍ਰਿਪਟ ਨਹੀਂ ਹੈ ਜੀ। ਹਰ ਜਿਹੜਾ ਉਹਨਾਂ ਦਾ ਬੋਲਿਆ ਜਾਣ ਵਾਲਾ ਜਾਂ ਲਿਖਿਆ ਜਾਣ ਵਾਲਾ ਵਰਡ ਹੈ ਉਹਦਾ ਇਮੇਜ ਹੈ ਜੀ, ਉਹਦਾ ਚਿੱਤਰ ਹੈ, ਉਹਦੀ ਫਿਕਸ ਵਰਡ ਨਹੀਂ ਹੈ, ਉਹਦੀ ਵਰਣਮਾਲਾ ਨਹੀਂ ਹੈ ਜੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਹਜ਼ਾਰਾਂ ਜਾਂ ਲੱਖਾਂ ਵਰਡਸ ਹੋਣਗੇ ਜਿਨ੍ਹਾਂ ਦੇ ਉਹਨਾਂ ਨੇ ਇਮੇजेस ਬਣਾਏ ਨੇ ਜੀ। ਔਰ ਇਹੀ ਕਾਰਨ ਹੈ ਅੱਜ ਦੁਨੀਆ ਦੇ ਵਿੱਚ ਇੱਕ ਬੜੀ ਦੌੜ ਲੱਗੀ ਹੋਈ ਹੈ ਚਾਈਨੀਜ਼ ਜ਼ਬਾਨ ਸਿੱਖਣ ਦੀ। ਬਹੁਤ ਸਾਰੇ ਮਲਟੀਨੈਸ਼ਨਲਸ ਦੇ ਵੱਡੇ ਵੱਡੇ ਜਿਹੜੇ ਅਹੁਦੇਦਾਰ ਨੇ, EMPLOYE ਨੇ, ਉਹ ਚਾਈਨੀਜ਼ ਸਿੱਖ ਰਹੇ ਨੇ। ਈਵਨ ਇੰਡੀਅਨ ਸਟੂਡੈਂਟਸ ਵੀ ਚਾਈਨੀਜ਼ ਸਿੱਖਣ ਲਈ ਚਾਈਨਾ ਗਏ ਨੇ ਕਿਉਂਕਿ ਉਹ ਸਮਝਦੇ ਨੇ ਕਿ ਫਿਊਚਰ ਦੀ ਸੁਪਰ ਪਾਵਰ ਹੈ ਚਾਈਨਾ ਔਰ ਉਹਨਾਂ ਦੀ ਜ਼ਬਾਨ ਜਿਹੜੀ ਅਲਟੀਮੇਟਲੀ ਜਿਨ੍ਹਾਂ ਨੂੰ ਆਏਗੀ ਉਹਨਾਂ ਦੇ ਜੌਬਸ ਜਾਂ ਉਹਨਾਂ ਦੀਆਂ ਤਰੱਕੀਆਂ ਜਾਂ ਉਹਨਾਂ ਦੇ ਲਈ ਉਸ ਸਿਸਟਮ ਦੇ ਵਿੱਚ ਐਡਜਸਟ ਹੋਣਾ ਉਹ ਸੌਖਾ ਹੋਏਗਾ। ਇਹ ਹਮੇਸ਼ਾ ਰਿਹਾ ਜਿਸ ਦਾ ਰਾਜ ਚੱਲਦਾ ਹੈ। ਹੁਣ ਅੰਗਰੇਜ਼ੀ ਯੂਰਪ ਦੇ ਵਿੱਚ ਕਿੰਨੀਆਂ ਹੋਰ ਲੈਂਗੁਏਜਸ ਨੇ ਜੀ, ਫ੍ਰੈਂਚ ਹੈ, ਨਾਰਵੇਜੀਅਨ ਵਾਲਿਆਂ ਦੀ ਆਪਣੀ ਹੈ, ਸਵੀਡਨ ਵਾਲਿਆਂ ਦੀ ਆਪਣੀ ਹੈ। ਹਰ ਯੂਰਪੀਅਨ ਮੁਲਕ ਦੀ ਆਪਣੀ ਜ਼ਬਾਨ ਹੈ ਜੀ। ਇਸੇ ਤਰ੍ਹਾਂ ਇੰਗਲੈਂਡ ਵੀ ਇੱਕ ਛੋਟੇ ਜਿਹੇ ਖਿੱਤੇ ਦੀ ਜ਼ਬਾਨ ਸੀ, ਉਹਦੇ 'ਚ ਵੀ ਸਕਾਟਿਸ਼ ਵੱਖਰੀ ਜ਼ਬਾਨ ਹੈ, ਆਇਰਲੈਂਡ ਦੇ ਲੋਕਾਂ ਦੀ ਵੱਖਰੀ ਜ਼ਬਾਨ ਹੈ। ਪਰ ਕਿਉਂਕਿ ਇਹਨਾਂ ਦਾ ਰਾਜ ਭਾਗ ਐਸਟੈਬਲਿਸ਼ ਹੋਇਆ, ਦੂਸਰੀਆਂ
ਯੂਰਪੀਅਨ ਪਾਵਰਸ ਨੇ ਵੀ ਕੋਲੋਨਾਈਜ਼ ਕੀਤਾ ਹੈ। ਫ੍ਰੈਂਚ ਨੇ ਵੀ ਦੁਨੀਆ ਨੂੰ ਕੀਤਾ ਹੈ, ਨਾਰਵੇ ਨੇ ਵੀ ਕੀਤਾ ਹੈ, ਸਵੀਡਨ ਨੇ ਵੀ ਕੀਤਾ ਹੈ, ਨੀਦਰਲੈਂਡ ਨੇ ਵੀ ਕੀਤਾ ਹੈ, ਸਪੇਨ ਨੇ ਵੀ ਕੀਤਾ ਹੈ, ਪੁਰਤਗਾਲ ਨੇ ਵੀ ਕੀਤਾ ਹੈ ਜੀ। ਹੁਣ ਲੇਕਿਨ ਅਲਟੀਮੇਟਲੀ ਜਿਹਨੇ ਇੰਟਰਨੈਸ਼ਨਲੀ ਆਪਣੇ ਆਪ ਨੂੰ ਰੈਕਗਨਾਈਜ਼ ਕਰਵਾਇਆ ਜਿਸ ਜ਼ਬਾਨ ਨੂੰ ਇੰਗਲਿਸ਼ ਹੈ, ਔਰ ਇਹੀ ਕਾਰਨ ਹੈ ਅੱਜ ਸਾਰੀ ਹਾਇਰ ਐਜੂਕੇਸ਼ਨ ਵੀ ਇੰਗਲਿਸ਼ ਦੇ ਵਿੱਚ ਹੈ ਜੀ। ਹੁਣ ਇਹੀ ਜਿਹੜੇ ਚਾਈਨੀਜ਼ ਜ਼ਬਾਨ ਵੱਲ ਮੁੜ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਚਾਈਨੀਜ਼ ਫਿਊਚਰ ਦੀ ਜ਼ਬਾਨ ਹੈ, ਭਵਿੱਖ ਦੀ ਜ਼ਬਾਨ ਹੈ। ਉਹ ਮੈਂ ਇਸ ਲਈ ਵੇਰਵੇ ਦਿੱਤੇ ਨੇ ਜੀ ਕਿ ਚਾਈਨਾ ਕੋਈ ਆਲ ਆਫ ਏ ਸਡਨ ਨਹੀਂ ਹੋਇਆ ਕਿ ਮਾਓ ਸੇ ਤੁੰਗ ਆਇਆ, ਉਹਨੇ ਚਾਈਨੀਜ਼ ਰੈਵੋਲੂਸ਼ਨ ਲੈ ਆਂਦਾ, ਉਹ ਕਲੋਨੀਅਲ ਸਿਸਟਮ ਨੂੰ ਖਤਮ ਕਰ ਦਿੱਤਾ ਔਰ ਉੱਥੇ ਜਿਹੜੀ ਹੈ ਉਹ ਤਬਦੀਲੀ ਆ ਗਈ। ਇਹ ਨਹੀਂ ਹੈ ਜੀ। ਇਸੇ ਤਰ੍ਹਾਂ ਈਰਾਨ ਹੈ। ਜਦੋਂ ਮੈਂ ਸਭਿਅਤਾਵਾਂ ਦੀ ਗੱਲ ਕੀਤੀ ਮੈਂ ਭੁੱਲ ਗਿਆ। ਹੁਣ ਈਰਾਨ ਦੀ ਸਿਵਲਾਈਜੇਸ਼ਨ ਜਦੋਂ ਹੁਣ ਦੇਖਦੇ ਹਾਂ ਵੀ ਈਰਾਨ ਦੇ ਉੱਤੇ ਕਿੰਨਾ ਦਬਾਅ ਸੀ ਜੀ, ਅਮਰੀਕਾ ਦਾ, ਯੂਰਪੀਅਨ ਮੁਲਕਾਂ ਦਾ, ਨਿਊਕਲੀਅਰ ਦੇ ਹਵਾਲੇ ਨਾਲ ਜੀ। ਉਸ ਤੋਂ ਪਹਿਲਾਂ ਕਿਵੇਂ ਇਕਨੋਮਿਕਲ ਬਾਈਕਾਟ ਕਰ ਦਿੱਤਾ ਜਦੋਂ ਖਮੀਨੀ ਨੇ ਟੇਕ ਓਵਰ ਕੀਤਾ ਜੀ। ਲੇਕਿਨ ਈਰਾਨ ਕਿਵੇਂ ਸਰਵਾਈਵ ਕਰ ਗਿਆ ਜਾਂ ਅੱਜ ਵੀ ਸਰਵਾਈਵ ਕਰ ਰਿਹਾ। ਇਹ ਸਿਰਫ ਇਹ ਨਹੀਂ ਹੁੰਦਾ ਕਿ ਵੀ ਜਿਹੜਾ ਕੋਈ ਪੈਨ ਦੇ ਸਟ੍ਰੋਕ ਨਾਲ ਨੇਸ਼ਨ ਬਣ ਜਾਂਦੇ ਨੇ। ਹੁਣ ਇੰਡੀਆ ਹੈ, ਜੇ ਚਾਈਨੀਜ਼ ਉਹਨਾਂ ਦੇ 19 ਕਿਲੋਮੀਟਰ ਅੰਦਰ ਆ ਗਏ ਤਾਂ ਤੁਸੀਂ ਉੱਤੋਂ ਥੱਲੇ ਤੱਕ ਦੇਖੋ ਐਂ ਹੋ ਗਿਆ ਵੀ ਜਿਵੇਂ ਜ਼ਲਜ਼ਲਾ ਆ ਗਿਆ, ਭੂਚਾਲ ਆ ਗਿਆ, ਹਿੱਲ ਗਏ ਸਾਰੇ ਜੀ। ਕਿਉਂਕਿ ਬੇਸ ਨਹੀਂ ਹੈ। ਜਦੋਂ ਮੁਲਕ ਬਣਦੇ ਨੇ, ਈਰਾਨ ਨੇ ਵੀ ਇਸੇ ਲਈ ਉਹ ਪ੍ਰੈਸ਼ਰ ਲਿਆ ਹੈ। ਈਰਾਨ ਦੀ ਸਭਿਅਤਾ ਵੀ 4-5 ਹਜ਼ਾਰ ਸਾਲ ਪੁਰਾਣੀ, ਉਹਨਾਂ ਦੀ ਜ਼ਬਾਨ ਪਰਸ਼ੀਅਨ ਕੋਡ ਲੈਂਗੁਏਜ ਰਹੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਆਧਾਰ ਹੁੰਦਾ ਹੈ ਜੀ, ਉਹ ਉਸ ਸਿਚੁਏਸ਼ਨ ਦੇ ਨਾਲ ਆਪਣੀ ਉਸ ਕਲਚਰਲ ਬੇਸ ਦੇ ਨਾਲ ਨਿਬੜਦੇ ਨੇ। ਇਸੇ ਤਰ੍ਹਾਂ ਧਰਮ ਵੀ ਆਧਾਰ ਹੁੰਦਾ ਹੈ। ਜੇ ਹੁਣ ਇਸਲਾਮ ਹੈ, ਇਸਲਾਮ ਦੇ ਵਿੱਚ 1400 ਸਾਲ ਦੀ ਟ੍ਰੇਨਿੰਗ ਹੈ ਮਰਨ ਦੀ, ਸ਼ਹਾਦਤ ਦਾ ਕਨਸੈਪਟ ਹੈ ਕਿ ਵੀ ਤੁਸੀਂ ਉਸ ਦੇ ਨਾਲ ਖਲੋਂਦੇ ਹੋ। ਇਸ ਲਈ ਉਹਨਾਂ ਨੂੰ ਕੋਈ ਟ੍ਰੇਨਡ ਨਹੀਂ ਕਰਨਾ ਪੈਂਦਾ। ਕੋਈ ਇਸ਼ੂ ਆਂਦਾ ਹੈ ਤਿਆਰ ਸਿੱਖੀ ਹੈ, ਭਾਵੇਂ ਅਸੀਂ ਦੁਨੀਆ 'ਚ ਧਰਮਾਂ ਦੀ ਦੁਨੀਆ 'ਚ ਸਾਡਾ 550 ਸਾਲ ਦੀ ਹੋਂਦ ਹੈ ਪਰ ਸਿੱਖ ਦੀ ਪ੍ਰੋਗਰਾਮਿੰਗ ਵੀ ਸ਼ਹੀਦੀ ਦੀ ਹੈ, ਜਿੱਤ ਦੀ ਹੈ, ਸ਼ਹੀਦੀ ਦੀ ਹੈ। ਜਾਂ ਜਿੱਤਣਾ ਜਾਂ ਸ਼ਹੀਦ ਹੋਣਾ, ਪਿੱਛੇ ਨਹੀਂ ਹਟਣਾ। ਸੋ ਉਹਦੇ ਲਈ ਜਦੋਂ ਕੋਈ ਸਿਚੁਏਸ਼ਨ ਬਣਦੀ ਹੈ ਉਹ ਸਾਰੀ ਕੌਮ ਉਸ ਪਾਸੇ ਖਲੋ ਜਾਂਦੀ ਹੈ। ਇਸ ਤਰ੍ਹਾਂ ਹੀ ਸਭਿਅਤਾਵਾਂ ਨੇ। ਸੋ ਚਾਈਨਾ ਦੀ ਸਿਵਲਾਈਜੇਸ਼ਨ ਦੇ ਵਿੱਚ 2-3 ਚੀਜ਼ਾਂ ਜਿਹੜੀਆਂ ਬੜੀਆਂ, ਔਰ ਉਹਨਾਂ ਦੀ ਵਿਜ਼ਡਮ ਦੀ ਗੱਲ। ਹੁਣ ਇੱਧਰ ਅਸੀਂ ਬੁੱਧ ਦੀ ਗੱਲ ਕਰਦੇ ਹਾਂ। ਬਹੁਤ ਵਾਰੀ ਜਦੋਂ ਇੰਡੀਆ ਚਾਈਨਾ ਨਾਲ ਆਪਣੀ ਰਿਲੇਸ਼ਨਸ਼ਿਪ ਕਹੇਗਾ ਕਿ ਜੀ ਅਸੀਂ ਬੁੱਧ ਦਿੱਤਾ, ਹੁਣ ਬੁੱਧ ਕਿਹੜਾ ਤੁਹਾਡੇ 'ਚੋਂ ਸੀ? ਬੁੱਧ ਕੋਈ ਐਰੀਅਨ ਥੋੜੀ ਸੀ। ਬੁੱਧ ਜਿਹੜਾ ਹੈ ਉਹ ਜਿਸ ਕਲੈਨ 'ਚੋਂ ਸੀ ਉਹਨਾਂ ਦੇ, ਅੱਜ ਵੀ ਜਿਹੜਾ ਕਪਲ ਵਸਤੂ ਹੈ ਜਿੱਥੇ ਬੁੱਧ ਦਾ ਜਨਮ ਹੋਇਆ ਉਹ ਨੇਪਾਲ 'ਚ ਹੈ। ਸੋ ਉਹੀ ਮੰਗਲੋਇਡ ਫੀਚਰ ਨੇ, ਚੀਨੀਆਂ ਵਾਲੇ ਫੀਚਰ ਨੇ, ਔਰ ਉਹੀ ਉਹਨਾਂ ਦਾ ਜਿਹੜਾ ਟ੍ਰਾਈਬ ਹੈ ਉਸ ਦੇ ਨਾਲ। ਸੋ ਬੁੱਧ ਦੀ ਵਿਜ਼ਡਮ ਵੀ ਉਹਨਾਂ 'ਚ, ਔਰ ਇੱਕ ਬਹੁਤ ਸਿਆਣਾ ਬੰਦਾ ਚੀਨ 'ਚ ਜਿਹਦੀਆਂ ਅੱਜ ਵੀ ਕਿਤਾਬਾਂ ਉਸ ਦੀ ਵਿਜ਼ਡਮ ਦੇ ਜਿਹੜੇ ਵਰਡਸ ਵਾਲੀਆਂ ਨੇ ਉਹ ਲੱਖਾਂ 'ਚ ਵਿਕਦੀਆਂ ਨੇ, ਕਨਫਿਊਸ਼ੀਅਸ। ਸੋ ਜਿਸ ਸੱਭਿਅਤਾ ਦੇ ਕੋਲ ਵਿਜ਼ਡਮ, ਇਨੋਵੇਸ਼ਨ, ਕਾਰਡ, ਜ਼ਬਾਨ ਔਰ ਉਹਨਾਂ ਦਾ ਇੱਕ ਆਪਣਾ ਪ੍ਰਾਈਡ ਹੋਏ, ਉਹਨਾਂ ਨੇ ਸੂਨਰ ਔਰ ਲੇਟਰ, ਹਾਲਾਂਕਿ ਜਿਹੜੀ 18ਵੀਂ 19ਵੀਂ ਸਦੀ ਸੀ, ਖਾਸ ਤੌਰ 19ਵੀਂ 20ਵੀਂ ਸਦੀ ਚਾਈਨਾ ਦੇ ਲਿਹਾਜ਼ ਨਾਲ ਬਹੁਤ ਮਾੜੀ ਸੀ। ਪਾਵਰਸ ਬਾਹਰਲੀਆਂ ਕਲੋਨੀਅਲ ਪਾਵਰਸ ਆ ਗਈਆਂ, ਇਹਨਾਂ ਨੇ ਸ਼ੰਘਾਈ ਵੰਡ ਲਿਆ, ਹਰ ਗਲੀ ਇਹ ਇੰਗਲੈਂਡ ਦੀ ਹੈ, ਫਰਾਂਸ ਦੀ ਹੈ, ਅਮਰੀਕਾ ਦੀ ਹੈ। ਇਹਨਾਂ ਨੇ ਪੂਰਾ ਉਹਨਾਂ ਨੂੰ ਕੀਤਾ। ਪਹਿਲਾਂ ਉਹਨਾਂ ਨੂੰ ਅਫੀਮ ਲਾਈ, ਓਪੀਅਮ, ਜਿਵੇਂ ਅੱਜ ਸਾਨੂੰ ਸ਼ਰਾਬ ਔਰ ਡਰੱਗਸ ਦੇ ਵਿੱਚ ਸੁੱਟਿਆ ਇੰਡੀਅਨਸ ਨੇ। ਔਰ ਫਿਰ ਜਦੋਂ ਉਹਨਾਂ ਦੇ ਐਂਪਰਰ ਨੇ ਰੈਜ਼ਿਸਟ ਕੀਤਾ ਵੀ ਇਹ ਨਹੀਂ ਆਣ ਦੇਣਾ, ਤੇ ਇਹਨਾਂ ਨੇ ਉਹਨਾਂ ਦੇ ਖਿਲਾਫ ਜਿਹੜਾ ਉਹ ਫੌਜ ਚਾੜ ਦਿੱਤੀ, ਜਿਹਨਾਂ ਨੂੰ ਕਹਿੰਦੇ ਹੀ ਓਪੀਅਮ ਵਾਰਸ ਨੇ। ਇੱਥੇ ਵੀ ਸਕੂਲਾਂ 'ਚ ਪੜ੍ਹੀਆਂ ਜਾਂਦੀਆਂ ਕਿ ਵੀ ਅਫੀਮ ਖਾਓ ਤੇ ਸੌਂ ਜਾਓ। ਔਰ ਇਹ ਗੱਲ ਉਸ ਜ਼ਮਾਨੇ 'ਚ ਵੀ ਜਦੋਂ ਉਹਨਾਂ ਨੂੰ ਓਪੀਅਮ ਐਡਿਕਟ ਕਰ ਰਹੇ ਸੀ, ਇਹਨਾਂ ਦੇ ਜਿਹੜੇ ਐਨਾਲਿਸਟ ਸੀ ਉਹ ਕਹਿੰਦੇ ਸੀ ਕਿ ਵੀ ਇਹ ਜਿੰਨੀ ਦੇਰ ਅਫੀਮ ਖਾ ਕੇ ਸੁੱਤੇ ਨੇ, ਜਦੋਂ ਇਹ ਜਾਗੇ ਇਹਨਾਂ ਨੇ ਦੁਨੀਆ ਨੂੰ ਨਹੀਂ ਸੌਣ ਦੇਣਾ। ਮਤਲਬ ਕਿ ਉਹ ਉਹਨਾਂ ਦੇ ਪੋਟੈਂਸ਼ੀਅਲ ਨੂੰ ਸਮਝਦੇ ਸੀ ਕਿ ਵੀ ਇਹ ਇੱਕ ਜਿਉਂਦੀ ਜਾਗਦੀ ਇੱਕ ਸੱਭਿਅਤਾ ਹੈ ਔਰ ਜਿਉਂਦੇ ਜਾਗਦੇ ਲੋਕ ਨੇ। ਹੁਣ ਇਹ ਤਾਂ ਚਾਈਨਾ ਦਾ ਕੰਟੈਕਸਟ ਹੈ। ਮਿਡਲ ਕਿੰਗਡਮ ਕਹਿੰਦੇ ਨੇ ਉਹ ਆਪਣੇ ਆਪ ਨੂੰ। ਮਿਡਲ ਕਿੰਗਡਮ ਦਾ ਮਤਲਬ ਇਹ ਹੈ ਕਿ ਵੀ ਆਰ ਦਾ ਸੈਂਟਰ ਆਫ ਦਾ ਅਰਥ। ਜਿਹੜੀ ਵੀ ਕੋਈ ਤਬਦੀਲੀ ਹੋਏਗੀ ਸਾਡੇ ਰਾਹੀਂ ਹੋਏਗੀ। ਔਰ ਮਿਡਲ ਕਿੰਗਡਮ ਜੇ ਹੈਵਨ ਦੇ ਕੰਟੈਕਸਟ 'ਚ ਹੈ, ਫਿਰ ਇਹ ਹੈ ਵੀ ਅਰਥ ਔਰ ਹੈਵਨ ਦੇ ਵਿਚਕਾਰ ਅਸੀਂ ਹੈ, ਸਾਨੂੰ ਕ੍ਰਾਸ ਕਰਕੇ ਜਾਣਾ ਪਏਗਾ। ਸੋ ਜਿਹਦੇ 'ਚ ਇੰਨਾ ਪ੍ਰਾਈਡ ਹੋਏ ਔਰ ਇੰਨੀ ਉਹਨਾਂ ਦੀ ਇਨੋਵੇਸ਼ਨਸ ਹੋਣ, ਇੰਨੀਆਂ ਕਾਢਾਂ ਹੋਣ, ਉਹਨਾਂ ਨੂੰ ਜੇ ਇੰਡੀਆ ਵਰਗਾ ਸਿਸਟਮ 4 ਥਾਪੀਆਂ ਲੈ ਕੇ ਅਮਰੀਕਾ ਦੀਆਂ ਜਾਂ ਕੋਈ ਹੋਰ, ਇੱਕ ਜ਼ਮਾਨੇ 'ਚ ਸੋਵੀਅਤ ਯੂਨੀਅਨ, ਤਾਂ ਜਦੋਂ ਚੀਨ ਦੇ ਸੰਬੰਧ ਵੀ ਵਿਗੜੇ ਸੀ ਤਾਂ ਉਦੋਂ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ ਇੰਡੀਆ। ਹੁਣ ਅਮਰੀਕਾ ਦੇ ਜਿਹੜੇ ਨੇ ਉਹ ਕੱਚ 'ਚ ਵੜੇ ਹੋਏ ਨੇ, ਹੁਣ ਇਹਨਾਂ ਦੀ ਥਾਪੀ ਲੈ ਕੇ ਜਿਹੜਾ ਉਹ ਚਾਈਨਾ ਨੂੰ ਅੱਖਾਂ ਦਿਖਾਉਣ ਦੇ। ਸੋ ਜਿਹੜੀ ਸਿਚੁਏਸ਼ਨ ਅੱਜ ਡਿਵੈਲਪ ਹੋਈ
1962 ਦੇ ਵਿੱਚ ਵੀ, ਕਿਉਂਕਿ ਜਿਹੜਾ ਨਾਰਥ ਈਸਟ ਹੈ ਭਾਰਤ ਦਾ, ਉੱਤਰ ਪੂਰਬ ਹੈ, ਇੱਕ ਬ੍ਰਿਟਿਸ਼ ਕਾਲੋਨੀ ਦਾ ਏਰੀਆ ਸੀ। ਉਹਨਾਂ ਨੇ ਕੁਝ ਏਰੀਏ ਸੈਮਾਈ ਆਟੋਨੋਮਸ ਰੱਖੇ ਸੀ, ਕੁਝ ਦੇ ਉੱਤੇ ਸੀ। ਸੋ ਬਾਰਡਰ ਡਿਫਾਈਨਡ ਨਹੀਂ ਹੈ ਜੀ। ਚਾਈਨੀਜ਼ ਦੇ ਉੱਤੇ ਇੱਕ ਬਾਰਡਰ ਥੋਪਿਆ ਅੰਗਰੇਜ਼ਾਂ ਨੂੰ 1892-93 ਦੇ ਵਿੱਚ, ਜਿਹਨੂੰ ਮੈਕਮੋਹਨ ਲਾਈਨ ਕਰਕੇ ਕਹਿੰਦੇ ਨੇ। ਸਾਲ ਸ਼ਾਇਦ ਮੈਂ ਗਲਤ ਕਹਿ ਰਿਹਾ ਹਾਂ, ਬਟ ਉਹਨੂੰ ਮੈਕਮੋਹਨ ਲਾਈਨ ਕਹਿੰਦੇ ਨੇ ਜੀ। ਇਹ ਤੁਹਾਡਾ ਤੇ ਸਾਡਾ ਬਾਰਡਰ। ਹੁਣ ਮੈਕਮੋਹਨ ਲਾਈਨ ਉਹਨਾਂ ਨੇ ਉਦੋਂ ਬਣਾਈ ਜਦੋਂ ਕਿ ਚਾਈਨਾ ਉਹਨਾਂ ਦੇ ਥੱਲੇ ਦੱਬਿਆ ਹੋਇਆ ਸੀ। ਕਲੋਨੀਅਲ ਪਾਵਰਸ ਉਹਦੇ ਥੱਲੇ ਸੀ, ਉਹਨਾਂ ਦਾ ਬਹੁਤ ਸਾਰਾ ਹਿੱਸਾ। ਹੁਣ ਜੇ ਇੰਡੀਆ ਕਹੇ ਜੀ ਕਿਉਂਕਿ ਬ੍ਰਿਟਿਸ਼ ਚਲੇ ਗਏ, ਇਹ ਬਾਰਡਰ ਉਹ ਮੈਕਮੋਹਨ ਲਾਈਨ ਦੇ ਥੱਲੇ ਸਾਡਾ ਬਾਰਡਰ ਹੈ, ਅਸੀਂ ਜਿਵੇਂ, ਇਵੇਂ ਨਹੀਂ ਹੈ। ਕਿਉਂਕਿ ਉਹ ਚਾਈਨਾ ਹੁਣ ਉਹ ਨਹੀਂ ਹੈ ਕਿ ਉਹ ਇਹਨਾਂ ਦਾ ਬਸਤੀਵਾਦ ਦੇ ਘੇਰੇ 'ਚ ਸੀ। ਉਹਨਾਂ ਨੇ ਤਾਂ ਜਦੋਂ ਉੱਠੇ, ਮਾਓ ਸੇ ਤੁੰਗ, ਚੌ ਲਾਈ, ਚਾਈਨੀਜ਼ ਰੈਵੋਲੂਸ਼ਨ, ਉਹਨਾਂ ਨੇ ਕਲੀਨ ਕੀਤੇ ਸਾਰੇ ਜੀ ਕਲੋਨੀਅਲ ਪਾਸ ਦੇ ਜਿੰਨੇ ਚਿੰਨ੍ਹ ਸੀ। ਔਰ ਇੱਥੋਂ ਤੱਕ ਕਿ ਜਿਹੜੀਆਂ ਬ੍ਰਿਟਿਸ਼ ਬਿਲਟ ਇਮਾਰਤਾਂ ਸੀ ਉਹ ਵੀ ਬੁਲਡੋਜ਼ ਕਰਤੀਆਂ, ਉਹ ਵੀ ਉਹਨਾਂ ਨੇ ਬਿਲਕੁਲ ਢਾਹ ਦਿੱਤੀਆਂ ਕਿ ਵੀ ਤਾਂ ਕਿ ਕੋਈ ਬਸਤੀਵਾਦ ਦੀ ਨਿਸ਼ਾਨੀ ਬਾਕੀ ਨਾ ਰਹੇ। ਅਸੀਂ ਆਪਣੀ ਜਿਹੜੀ ਹੈ ਇੰਡੀਪੈਂਡੈਂਟ ਇੱਕ ਦੁਬਾਰਾ ਨੇਸ਼ਨ ਨੂੰ ਜਿਹੜਾ ਅਸਰੇ ਨਵੇਂ ਸਿਰੇ ਤੋਂ ਅਸੀਂ ਉਸ ਨੂੰ ਤਾਮੀਰ ਕਰੀਏ। ਜੀ। ਹੁਣ ਇੰਡੀਆ ਜਿਹੜਾ ਅਜੇ ਵੀ ਉਸ ਬੈਕ ਜਿਹੜਾ ਮਾਈਂਡ ਸੈਟ 'ਚ ਹੈ ਬ੍ਰਿਟਿਸ਼ ਕਲੋਨੀਅਲ ਪਾਰਟ ਤੇ। 62 ਦੇ ਵਿੱਚ ਜੇ ਇਹਨਾਂ ਨੇ ਕੁੱਟ ਖਾਧੀ ਇੰਡੀਅਨਸ ਨੇ, ਉਦੋਂ ਨਹਿਰੂ ਦਾ ਦਿਮਾਗ ਖਰਾਬ ਸੀ। ਗੋਆ 1961 'ਚ ਪੁਰਤਗਾਲੀਆਂ ਤੋਂ ਇਹਨਾਂ ਨੇ ਲਿਆ ਸੀ ਕਿ ਜੇ ਅਸੀਂ ਬੜੀ ਪਾਵਰ ਬਣ ਗਏ, ਉੱਥੇ ਨਹਿਰੂ ਨੇ ਕਿਹਾ ਜੀ ਕੱਢੋ ਇਹਨਾਂ ਨੂੰ ਬਾਹਰ, ਥਰੋ ਦੈਮ ਆਊਟ ਉਹਨਾਂ ਦੀਆਂ ਪੋਸਟਾਂ ਤੋਂ। ਔਰ ਫਿਰ ਉਹ ਕੀ ਹੋਇਆ, ਅੱਜ ਤੱਕ ਵੀ ਇਹ 50 ਸਾਲ ਬੀਤਣ ਬਾਅਦ ਵੀ ਉਸ ਦਰਦ ਨੂੰ ਯਾਦ ਕਰਦੇ ਨੇ। 50+ ਈਅਰਸ ਕਿ ਭਾਈ 60-70 ਹਜ਼ਾਰ ਸਕੁਅਰ ਕਿਲੋਮੀਟਰ ਏਰੀਆ ਵੀ ਗਵਾਇਆ, ਕੁੱਟ ਵੀ ਖਾਦੀ। ਚੀਨ ਜਿੱਥੇ ਤੱਕ ਚਾਹੁੰਦਾ ਸੀ ਆ ਗਿਆ, ਫਿਰ ਕੁਛ ਚੋ ਵਲੰਟੀਅਰਲੀ ਵਾਪਸ ਚਲਾ ਗਿਆ। ਜੀ। ਸੋ ਹੁਣ ਵੀ ਜਿਹੜਾ ਕ੍ਰਾਈਸਿਸ ਪਿਛਲੇ ਕੁਝ ਹਫ਼ਤੇ ਪਹਿਲਾਂ ਡਿਵੈਲਪ ਹੋਇਆ ਹੈ, ਉਹ ਕਿਉਂਕਿ ਚਾਈਨਾ ਦੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਹੈ, ਪ੍ਰੀਮੀਅਰ ਦੀ, ਮਈ ਦੇ ਤੀਸਰੇ ਹਫ਼ਤੇ 'ਚ। ਜੀ। ਉਸ ਤੋਂ ਪਹਿਲਾਂ ਉਹਨਾਂ ਨੇ ਚਾਈਨੀਜ਼ ਨੇ ਏਜੰਡਾ ਸੈੱਟ ਕੀਤਾ ਇੰਡੀਆ ਨਾਲ ਕਿ ਵੀ ਐਵੇਂ ਚਾਂਬੜੇ ਨਾ ਫਿਰੋ ਅਮਰੀਕਾ ਦੀ ਥਾਪੀ ਲੈ ਕੇ। ਜੀ। ਸਾਡੇ ਨਾਲ ਜਿਹੜਾ ਤੁਹਾਨੂੰ ਬਰਾਬਰ ਦੇ ਉੱਤੇ ਡੀਲ ਕਰਨੀ ਪਏਗੀ ਔਰ ਜਿਹੜਾ ਬਾਰਡਰ ਡਿਸਪਿਊਟ ਹੈ ਇਹਨੂੰ ਕਲੀਅਰ ਕਰੋ। ਜੀ। ਔਰ ਉਹਦੇ ਥੱਲੇ ਜ਼ਾਹਰ ਹੈ ਵੀ ਇਹਨਾਂ ਨੇ ਪਹਿਲਾਂ ਪ੍ਰੋਟੈਸਟ ਕੀਤਾ ਜਦੋਂ ਉਹਨਾਂ ਦੇ ਸ਼ੋਲਜਰ ਅੰਦਰ ਆਏ। ਉਹਨਾਂ ਨੇ ਪਹਿਲਾਂ ਆਪਣਾ ਇੱਕ ਫਿਰ ਟੈਂਟ ਐਸਟੈਬਲਿਸ਼ ਕਰ ਲਿਆ, ਇਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਹੋਰ ਟੈਂਟ ਲਾ ਲਿਆ। ਜੀ। 5 ਟੈਂਟ ਲਾਉਣ ਤੋਂ ਬਾਅਦ ਚੀਨ ਨੇ ਕਿਹਾ ਹੁਣ ਦੱਸੋ ਜੀ ਕੀ ਹੈ। ਤਾਂ ਯਾਨੀ ਇਹ ਹੈ ਜਿਹਨੂੰ ਅਸੀਂ ਵਾਰ ਆਫ ਨਰਵਸ ਕਹਿੰਦੇ ਹਾਂ ਕਿ ਦੋਨੋਂ ਪਾਸਿਓਂ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਜੀ। ਇਸ ਤੋਂ ਪਹਿਲਾਂ ਚੀਨ ਨੇ ਜਾਪਾਨ ਦੇ ਨਾਲ ਵੀ ਇਹ ਕਰਕੇ ਜਿਹੜਾ ਹੈਗਾ, ਹਾਲਾਂਕਿ ਜਾਪਾਨੀ ਖਲੋਤੇ, ਲੇਕਿਨ ਚਾਈਨਾ ਨੇ ਉਹਨਾਂ ਨੂੰ ਕਿਹਾ ਕਿ ਵੀ ਬੰਦੇ ਦੇ ਪੁੱਤ ਬਣ ਜਾਓ, ਐਵੇਂ ਨਾ ਚਾਂਬੜੇ ਫਿਰੋ ਅਮਰੀਕਾ ਦੀ ਥਾਪੀ ਲੈ ਕੇ। ਕਿਉਂਕਿ ਚਾਈਨੀਜ਼ ਸੀ ਦੇ ਵਿੱਚ ਕਿਹਦੇ ਰਾਈਟਸ ਨੇ ਇਹਦੇ ਥੱਲੇ, ਜਾਪਾਨ, ਵੀਅਤਨਾਮ, ਫਿਲੀਪੀਨਸ, ਇੰਡੀਆ, ਚਾਈਨਾ ਨੂੰ ਘੇਰਨ ਦੇ ਚੱਕਰ ਸੀ। ਸੋ ਉਹਦੇ 'ਚ ਵੀ ਉਹਨਾਂ ਨੇ ਮੈਸੇਜ ਦੇ ਦਿੱਤੇ। ਜੀ। ਹੁਣ ਇੰਡੀਆ ਦੇ ਕੋਲ ਕੀ ਕਰ ਲਿਆ ਇੰਡੀਆ ਨੇ? ਜੀ। ਉਹ ਤਾਂ ਇਵੇਂ ਹੀ ਹੋਇਆ ਕਿ ਜਿਵੇਂ ਇੱਕ ਮਾਲਕ ਨੇ ਨੌਕਰ ਨੇ ਮਾਲਕ ਨੂੰ ਕਿਹਾ ਕਿ ਜੀ ਮੇਰੀ ਤਨਖਾਹ ਵਧਾ ਦਿਓ। ਜੀ। ਉਹਨੇ ਕਿਹਾ ਨਹੀਂ ਤਾਂ, ਉਹਨੇ ਕਿਹਾ ਜੀ ਨਹੀਂ ਤਾਂ ਕੀ, ਨਹੀਂ ਤਾਂ ਮੈਂ ਜੀ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਜੀ। ਸੋ ਹੁਣ ਜਦੋਂ ਇਸ ਲੈਵਲ ਦਾ ਵਤੀਰਾ ਹੁੰਦਾ ਹੈ ਫਿਰ ਪਤਾ ਲੱਗ ਜਾਂਦਾ ਹੈ ਵੀ ਕੌਣ ਕਿੱਥੇ ਹੈ। ਔਰ ਇਸ 'ਚ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਗੱਲ ਇਹ ਠੀਕ ਹੈ ਵੀ ਸਾਡੇ ਲਈ ਇੱਕ ਓਪਰਚੁਨਿਟੀ ਜ਼ਰੂਰ ਹੈ, ਡਰਾਬੈਕ ਵੀ ਨੇ। ਸਾਡਾ ਬਾਰਡਰ ਨਹੀਂ ਲੱਗਦਾ ਹੈ, ਧਾਰਮਿਕ ਪਾਰਟ ਹੈ, ਚਾਈਨਾ ਦੀ ਸੁਸਾਇਟੀ ਇੱਕ ਡਿਫਰੈਂਟ ਲਾਈਨ ਦੇ ਉੱਤੇ ਬਿਲਡ ਕੀਤੀ ਹੈ, ਮਾਓ ਸੇ ਤੁੰਗ ਜਾਂ ਚੌ ਲਾਈ ਨੇ। ਪਰ ਇਹਦੇ ਨਾਲ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜੇ ਦਲਾਈ ਲਾਮੇ ਨੂੰ ਧਰਮਸ਼ਾਲਾ ਬਿਠਾ ਕੇ ਇੰਡੀਆ ਜਿਹੜਾ ਹੈ ਅਮਰੀਕਾ ਦੇ ਲਾਈਨ ਦੇ ਉੱਤੇ ਅਸਾਈਲਮ ਉਹਨੂੰ ਦੇ ਕੇ ਉਸ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰ ਸਕਦਾ ਹੈ, ਤੇ ਚਾਈਨਾ ਦੇ ਲਈ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਸਟੇਜ ਤੇ ਸਪੋਰਟ ਦੇਣਾ ਉਹ ਪੋਸੀਬਲ ਹੋ ਸਕਦਾ ਹੈ, ਭਾਵੇਂ ਉਹ ਕੁਇਡ ਪ੍ਰੋ ਕਿਉ ਹੀ ਹੋਏ ਕਿ ਬਈ ਉਹ ਇੱਕ ਦੂਜੇ ਨਾਲ ਅਕਾਊਂਟ ਹੀ ਸੈਟਲ ਕਰਦੇ ਹੋਣ। ਸੋ ਬਾਕੀ ਅਸੀਂ ਸਮਝਦੇ ਹਾਂ ਵੀ ਇਹ ਇੱਕ ਵੀਰ ਬਲਪ੍ਰੀਤ ਸਿੰਘ ਜੀ ਨੇ ਬੜਾ ਪੋਜ਼ਿਟਿਵ ਸਵਾਲ ਪੁੱਛਿਆ ਔਰ ਮੈਂ ਵੀ ਚਾਹੁੰਦਾ ਸੀ ਕਿ ਇਸ ਮੁੱਦੇ ਤੇ ਖਾਸ ਤੌਰ ਤੇ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਜਾਂ ਸਾਡੀ ਕੌਮ 'ਚ ਪੜ੍ਹਨ ਦੇ ਬਹੁਤੇ ਸ਼ੌਕ ਨਹੀਂ ਨੇ, ਔਰ ਇਸ ਕਰਕੇ ਚਾਈਨਾ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਸੋ ਫਿਰ ਵੀ ਜਦੋਂ ਮੌਕਾ ਬਣਿਆ, ਕਿਉਂਕਿ ਇੱਕ ਉੱਭਰਦੀ ਤਾਕਤ ਹੈ, ਸਾਡਾ ਗੁਆਂਢ ਵੀ ਹੈ, ਔਰ ਜੇ ਅਸੀਂ ਫਿਊਚਰ ਦੇ ਵਿੱਚ ਇਹਨਾਂ ਦੇ ਨਾਲ ਕੋਈ ਸਬੰਧ ਡਿਵੈਲਪ ਕਰਨੇ ਨੇ, ਸਰਕਾਰੇ ਖਾਲਸਾ ਰਣਜੀਤ ਸਿੰਘ ਵੇਲੇ ਸਾਡਾ ਬਾਰਡਰ ਲੱਗਦਾ ਸੀ ਚਾਈਨਾ ਨਾਲ, ਲਾਹੌਰ ਸਪੀਤੀ ਸਿੱਖ ਰਾਜ ਦਾ ਹਿੱਸਾ ਸੀ, ਤਿੱਬਤ ਜਿਹੜਾ ਇੱਕ ਬਫਰ ਸਟੇਟ ਸੀ ਉਹਨਾਂ ਦੋਨਾਂ ਦੇ ਵਿਚਾਲੇ। ਸੋ ਫਿਊਚਰ ਦੇ ਖਾਲਿਸਤਾਨ 'ਚ ਵੀ ਅਸੀਂ
ਇੱਕ ਬਫਰ ਸਟੇਟ ਮੰਨ ਕੇ ਜਿਹੜਾ ਵੀ ਉਹਨਾਂ ਦਾ ਰੀਜਨ ਤੇ ਅੱਜ ਉਹਨਾਂ ਦਾ ਕਲੇਮ ਹੈ, ਅਸੀਂ ਉਹਨਾਂ ਨੂੰ ਕਹਾਂਗੇ ਭਾਈ ਤੁਸੀਂ ਰੱਖੋ ਤੇ ਬਫਰ ਬਣਾ ਕੇ ਸਾਡੀ ਮਦਦ ਕਰੋ। ਸੋ ਮੈਂ ਸਮਝਦਾ ਵੀ ਇਹ ਬੜਾ ਅੱਛਾ ਵੀਰ ਬਲਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਸੀ ਉਹ ਸਵਾਲ ਸੀ। ਹਾਂਜੀ, ਉਹਨਾਂ ਨੂੰ ਕੁਐਸਚਨ ਦਾ ਜਵਾਬ ਮਿਲ ਗਿਆ ਹੋਣਾ ਆਈ ਹੋਪ। ਡਾਕਟਰ ਸਾਹਿਬ ਹੁਣ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰ ਸਾਡੀ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।